ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਗਗਨ ਬੇਦੀ ਤੇ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਦੇ ਉੱਤੇ। ਖੰਨਾ ਦੇ ਪਿੰਡ ਰਸੂਲੜਾ 'ਚ ਮੁੜ ਤੋਂ ਲੱਗੀ ਕੂੜੇ ਦੇ ਡੰਪ ਨੂੰ ਅੱਗ। ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਜ਼ਬਰਦਸਤ ਪ੍ਰਦਰਸ਼ਨ। ਪਹਿਲਾਂ ਵੀ ਡੰਪ ਨੂੰ ਲੱਗੀ ਸੀ ਅੱਗ। ਕਿਸਾਨਾਂ ਨੇ ਮੁਸ਼ਕਲ ਨਾਲ ਬਚਾਈ ਸੀ ਸੈਂਕੜੇ ਏਕੜ ਕਣਕ ਦੀ ਫਸਲ। ਨਸ਼ੇ ਤੋਂ ਪਰੇਸ਼ਾਨ ਲੋਕਾਂ ਦੀ ਵਿਧਾਇਕ ਨੂੰ ਅਪੀਲ। ਕਿਹਾ ਨਸ਼ੇ ਤੇ ਪਾਓ ਨੱਥ, ਪੁਲਿਸ ਨਹੀਂ ਸੁਣਦੀ ਗੱਲ। ਮੁਹੱਲੇ ਦੇ ਵਿੱਚ ਪੋਸਟਰ ਲਗਾ ਕੇ ਨਸ਼ਾ ਤਸਕਰਾਂ ਨੂੰ ਦਿੱਤੀ ਸਿੱਧੀ ਚੇਤਾਵਨੀ। ਮੌਸਮ ਵਿਗਿਆਨੀ ਡਾਕਟਰ ਕੇ ਗਿੱਲ ਦਾ ਦਾਅਵਾ। ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ 'ਚ ਹੋਵੇਗੀ ਤਬਦੀਲੀ, 40 ਡਿਗਰੀ ਤੋਂ ਉੱਪਰ ਵੱਧ ਸਕਦਾ ਪਾਰਾ। ਸ਼ਹਿਰ ਵਾਸੀਆਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਸਿਸਟਰ ਸ਼ਿਵਾਨੀ ਦਾ ਸੈਸ਼ਨ। ਮਨੁੱਖ ਦੀ ਜ਼ਿੰਦਗੀ 'ਚੋਂ ਤਣਾਅ ਨੂੰ ਘਟਾਉਣ ਦੇ ਦੱਸੇ ਗਏ ਨੁਕਤੇ। ਬੁਲਟਨ ਦੀ ਸ਼ੁਰੂਆਤ ਕਰਦੇ ਹਾਂ। ਖੰਨਾ ਦੇ ਪਿੰਡ ਰਸੂਲੜਾ ਵਿਖੇ ਬਣੇ ਨਗਰ ਕੌਂਸਲ ਦੇ ਕੂੜੇ ਦੇ ਡੰਪ ਨੂੰ ਮੁੜ ਤੋਂ ਅੱਗ ਲੱਗਣ ਦੇ ਨਾਲ ਪਿੰਡ ਵਾਸੀਆਂ ਨੇ ਕੌਂਸਲ ਅਤੇ ਪ੍ਰਸ਼ਾਸਨ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਹੈ। ਦੱਸਦੀ ਹੈ ਕਿ ਕੂੜੇ ਦੇ ਡੰਪ ਨੂੰ ਕੁਝ ਦਿਨ ਪਹਿਲਾਂ ਵੀ ਭਿਆਨਕ ਅੱਗ ਲੱਗੀ ਸੀ ਅਤੇ ਸੈਂਕੜੇ ਏਕੜ ਕਣਕ ਦੀ ਫਸਲ ਨੂੰ ਕਿਸਾਨਾਂ ਨੇ ਮੁਸ਼ਕਲ ਨਾਲ ਬਚਾਇਆ ਸੀ, ਜਿਸ ਤੋਂ ਬਾਅਦ ਪਿੰਡ ਰਸੂਲੜਾ, ਬਾਹੂ ਮਾਜਰਾ ਸਮੇਤ ਹੋਰਨਾਂ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਲਗਾਇਆ ਸੀ ਅਤੇ ਸ਼ਹਿਰ ਦਾ ਕੂੜਾ ਸੁੱਟਣਾ ਬੰਦ ਕਰ ਦਿੱਤਾ ਸੀ। ਐਸਡੀਐਮ ਮਨਜੀਤ ਕੌਰ ਨੇ ਮੌਕੇ ਤੇ ਆ ਕੇ ਭਰੋਸਾ ਦਿੱਤਾ ਕਿ ਡੰਪ ਉੱਪਰ ਕੂੜਾ ਨਹੀਂ ਸੁੱਟਿਆ ਜਾਵੇਗਾ, ਪਰ ਫਿਰ ਡੰਪ ਉੱਪਰ ਕੂੜੇ ਦੀ ਟਰਾਲੀ ਸੁੱਟ ਕੇ ਅੱਗ ਲਗਾਈ ਗਈ, ਜਿਸ ਦੇ ਨਾਲ ਜ਼ਹਿਰੀਲਾ ਧੂੰਆਂ ਪਿੰਡਾਂ ਦੇ ਵਿੱਚ ਆ ਰਿਹਾ। ਡੰਪ ਕਰਕੇ ਕੈਂਸਰ ਦੇ ਨਾਲ ਕਈ ਮੌਤਾਂ ਵੀ ਹੋ ਚੁੱਕੀਆਂ ਨੇ। ਕੂੜੇ ਦੇ ਡੰਪ ਤੇ ਅੱਜ ਬਹੁਤ ਭਿਆਨਕ ਅੱਗ ਲੱਗੀ ਹੋਈ ਆ। ਸਾਡੇ ਪਿੰਡ ਦੇ ਵੱਲ ਦੇਖੋ ਲਗਾਤਾਰ ਧੂੰਆਂ ਜਾ ਰਿਹਾ। ਇਸ ਸੰਬੰਧੀ ਐਸਡੀਐਮ ਸਾਹਿਬ ਇੱਥੇ ਖੁਦ ਪਹੁੰਚੇ, ਜਿੱਥੇ ਧਰਨਾ ਲਗਾਇਆ ਹੋਇਆ ਸੀਗਾ। ਧਰਨੇ ਵਿੱਚ ਸਾਨੂੰ ਨਾ ਭਰੋਸਾ ਦਿੱਤਾ ਸੀ ਕਿ ਨਾ ਤਾਂ ਇੱਥੇ ਕੂੜੇ ਨੂੰ ਅੱਗ ਲੱਗੂਗੀ ਤੇ ਨਾ ਹੀ ਧੂੰਆਂ ਉੱਠੂਗਾ। ਹਰ ਟਾਈਮ ਇੱਥੇ ਇੱਕ ਫਾਇਰ ਬ੍ਰਿਗੇਡ ਖੜੀ ਰਹੂਗੀ ਤੇ ਕਮੇਟੀ ਦਾ ਮੈਂਬਰ ਵੀ ਕੋਈ ਨਾ ਕੋਈ ਕਰਮਚਾਰੀ ਇੱਥੇ ਹਾਜ਼ਰ ਰਹੂਗਾ ਤੇ ਹਰ ਸਮੇਂ ਇਹਦੇ ਪੂਰੀ ਧਿਆਨ ਦਿੱਤਾ ਜਾਊਗਾ। ਪਰ ਇੱਥੇ ਨਾ ਕੋਈ ਕਮੇਟੀ ਦਾ ਬੰਦਾ, ਨਾ ਕੋਈ ਫਾਇਰ ਬ੍ਰਿਗੇਡ। ਪੂਰਾ ਧੂੰਆਂ ਪਿੰਡ ਵੱਲ ਜਾ ਰਿਹਾ। ਜਿਹੜੀਆਂ ਨਵੀਆਂ ਟਰਾਲੀਆਂ ਸਿੱਟੀਆਂ ਸੀ ਕੂੜੇ ਦੀਆਂ, ਉਹਨਾਂ ਕੂੜਿਆਂ ਨੂੰ ਜਾਣ-ਬੁੱਝ ਅੱਗ ਲਾਈ ਗਈ ਆ। ਜਾ ਕੇ ਤਾਂ ਕਮੇਟੀ ਦੇ ਅਸੀਂ ਖੁਦ ਕਰਮਚਾਰੀ ਮੰਗਵਾਏ ਨੇ, ਉਹਨਾਂ ਨੂੰ ਦਿਖਾ ਰਹੇ ਆ। ਉਹ ਨਵੀਂ ਜਿਹੜੀ ਅੱਗ ਲੱਗੀ ਹੋਈ ਆ, ਨਵੀਂ ਅੱਗ ਲਗਾਈ ਜਾਂਦੀ ਹੈ ਇੱਥੇ ਉਹ ਕੂੜੇ ਨੂੰ ਖਤਮ ਕਰਨ ਦੇ ਲਈ, ਜੋ ਕਿ ਸਾਡੇ ਪਿੰਡ ਦੇ ਲਈ ਬਹੁਤ ਹੀ ਖਤਰਨਾਕ ਆ। ਸਾਰਾ ਧੂੰਆਂ ਸਾਡੇ ਪਿੰਡ ਜਾ ਰਿਹਾ। ਸਾਡੇ ਪਿੰਡ ਦੇ ਵਾਸੀ ਸਾਰੇ ਪਰੇਸ਼ਾਨ ਨੇ। ਅਸੀਂ ਐਸਡੀਐਮ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਮਜਬੂਰ ਨਾ ਕੀਤਾ ਜਾਵੇ ਦੁਬਾਰਾ ਧਰਨਾ ਲਾਉਣ ਦੇ ਲਈ। ਇਹ ਤਾਂ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਇਹ ਅੱਗ ਹੈ ਜਿਹੜੀ ਇਹ 7-8 ਮਹੀਨੇ ਲੱਗੀ ਰਹਿੰਦੀ ਹੈ। ਇਹਦੇ ਨਾਲ ਜਿਹੜਾ ਧੂੰਆਂ ਸਾਡੇ ਨਾਲ ਦੇ ਪਿੰਡਾਂ ਦੇ ਵਿੱਚ ਜਾ ਕੇ ਬੜਾ ਪ੍ਰਦੂਸ਼ਣ ਫੈਲਾਉਂਦਾ। ਜਦ ਕਿ ਕਿਸਾਨ ਕੋਈ ਜੇ 2 ਵਿਗੇ ਹਰਾ ਪੱਠਾ ਬੀਜਣ ਵਾਸਤੇ ਵੀ ਆਪਣੇ ਖੇਤ 'ਚ ਅੱਗ ਲਾ ਲੈਂਦਾ, ਤਾਂ ਇਹਨਾਂ ਦੇ ਜਿਹੜੇ ਅਫਸਰ ਨੇ ਜਦੇ ਆ ਜਾਂਦੇ ਆ, ਜਦੇ ਉਹਦਾ ਚਲਾਨ ਕਰਦੇ ਆ, ਉਹਨੂੰ ਹਜ਼ਾਰਾਂ ਰੁਪਈਆ ਜੁਰਮਾਨਾ ਕੀਤਾ ਜਾਂਦਾ। ਪਰ ਸਾਡੀ ਮੰਗ ਕਰਨ ਦੇ ਬਾਵਜੂਦ ਵੀ ਕਿਸੇ ਕਮੇਟੀ ਦੇ, ਕਿਸੇ ਠੇਕੇਦਾਰ ਤੇ ਕੋਈ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ। ਮੈਂ ਤਾਂ ਇਹ ਗੱਲ ਕਹਿਣਾ, ਇਹ ਸਾਰੇ ਪ੍ਰਸ਼ਾਸਨ ਅਤੇ ਜਿੰਨੇ ਮੁਲਾਜ਼ਮ ਨੇ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਹੀ ਜੋ ਕੁਝ ਹੋ ਰਿਹਾ। ਪੰਜਾਬ ਦੇ ਵਿੱਚ ਨਸ਼ਾ ਦਿਨ ਬ ਦਿਨ ਪੈਰ ਪਸਾਰਦਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਤੇ ਨਕੇਲ ਕੱਸਣ ਦੇ ਲਈ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਪਰ ਇਸ ਸਭ ਦੇ ਬਾਵਜੂਦ ਵੀ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮਾਮਲਾ ਲੁਧਿਆਣਾ ਦੇ ਜਵਾਹਰ ਨਗਰ ਦਾ ਹੈ, ਜਿੱਥੇ ਮੁਹੱਲਾ ਵਾਸੀਆਂ ਵੱਲੋਂ ਨਸ਼ਾ ਵੇਚਣ ਤੇ ਪੀਣ ਵਾਲਿਆਂ ਖਿਲਾਫ ਮੋਰਚਾ ਖੋਲ੍ਹਿਆ ਗਿਆ। ਮੁਹੱਲਾ ਵਾਸੀਆਂ ਨੇ ਗਲੀਆਂ ਅੰਦਰ ਪੋਸਟਰ ਲਗਾ ਕੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਨਸ਼ਾ ਵੇਚਣਾ ਬੰਦ ਨਹੀਂ ਕਰਦੇ ਤਾਂ ਮੁਹੱਲਾ ਵਾਸੀ ਉਹਨਾਂ ਦਾ ਪਿੱਟ ਕੇ ਬੁਰਾ ਹਾਲ ਕਰ ਦੇਣਗੇ। ਉਹਨਾਂ ਆਪ ਵਿਧਾਇਕ ਗੁਰਪ੍ਰੀਤ ਗੋਗੀ ਤੋਂ ਵੀ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਮੁਹੱਲੇ ਦੇ ਵਿੱਚ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ, ਤਾਂ ਜੋ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਨਰਕ ਹੋਣ ਤੋਂ ਬਚ ਸਕੇ। ਅਸੀਂ ਇਹਨਾਂ ਦੀ ਜਨਰੇਸ਼ਨ ਹੈ, ਛੋਟੇ ਬੱਚੇ ਆ, ਇਹਨਾਂ ਨੂੰ ਅਸੀਂ ਬਚਾਉਣਾ ਚਾਹੁੰਦੇ ਆ। ਹੋਰ ਵੀ ਕਿਤੇ ਥਾਂ ਤੇ ਕੱਲ ਹੁਣ ਵਾਲਮੀਕੀ ਸੇਵਕ ਸੰਘ ਦੇ ਉਹਨਾਂ ਨੇ ਚਿੱਟੇ ਵਾਲੇ ਫੜਾਏ ਆ, ਮੁੱਦੇ ਸਣੇ ਫੜਾਏ ਆ। 6 ਮਹੀਨੇ ਦੀ ਮਿਹਨਤ ਉਹਨਾਂ ਦੀ ਰੰਗ ਲਾਈ ਆ। ਉਹ ਕਹਿੰਦੇ 6 ਮਹੀਨੇ ਹੋ ਗਏ ਸਾਨੂੰ ਇਹਨਾਂ ਦੇ ਪਿੱਛੇ ਚਿੱਟੇ ਵਾਲਿਆਂ ਦੇ ਲੱਗੇ। ਸਾਡੀ ਵੀ ਮਿਹਨਤ ਰੰਗ ਲਾਊਗੀ ਇੱਕ ਦਿਨ। ਅਸੀਂ ਇੱਥੋਂ ਚਿੱਟਾ ਬਿਲਕੁਲ ਜੜੋਂ ਖਤਮ ਕਰਾਂਗੇ। ਅਸੀਂ ਸ਼ਬਦ ਲਿੱਤੀ ਹੋਈ ਆ, ਚਿੱਟਾ ਇਸ ਏਰੀਆ ਦੇ ਵਿੱਚੋਂ, ਜਵਾਹਰ ਨਗਰ ਕੈਂਪ ਦੇ ਵਿੱਚੋਂ ਬਿਲਕੁਲ ਖਤਮ ਕਰਾਂਗੇ। ਅਸੀਂ ਚਿੱਟੇ ਵਾਲੇ ਇੱਥੇ ਰਹਿਣ ਨਹੀਂ ਦੇਣੇ, ਇੱਥੇ ਅਸੀਂ ਉਹਨਾਂ ਦਾ ਚਿੱਟਾ ਵਿਕਣ ਨਹੀਂ ਦੇਣਾ। ਅਸੀਂ ਜਵਾਹਰ ਨਗਰ ਕੈਂਪ ਦੇ ਵਾਸੀ ਜਿਹੜੇ ਮੋਹਤਵਾਰ ਬੰਦੇ ਆ,
ਉਹਨਾਂ ਨੂੰ ਵੀ ਅਸੀਂ ਆਪਣਾ ਸਿੱਖ ਸੁਨੇਹਾ ਦਿੰਦੇ ਆ, ਜਾਗੋ ਉਹ ਜਾਗੋ, ਤੁਸੀਂ ਬਚਾ ਲਓ ਆਪਣੇ 68 ਨੰਬਰ ਵਾਰਡ ਨੂੰ, ਬਚਾ ਲਓ। ਚਿੱਟਾ ਇੱਕ ਇੰਨਾ ਕੁ ਫੈਲ ਗਿਆ ਹੈ ਜਵਾਹਰ ਨਗਰ ਕੈਂਪ ਦੇ ਵਿੱਚ, ਇੱਥੇ ਤੁਹਾਨੂੰ ਇਹ ਨਵੀਂ ਜਨਰੇਸ਼ਨ ਨਵਾਂ ਜਵਾਨ ਮੁੰਡਾ ਮਿਲਣਾ ਨਹੀਂ। ਇੱਥੇ ਆਪਣੇ ਮਾਂ-ਬਾਪ ਦੇ ਗੁੱਠਾ ਰੱਖ ਕੇ ਗਲ ਦੇ ਉੱਤੋਂ ਪੈਸੇ ਮੰਗ ਕੇ ਲੈ ਕੇ ਜਾਂਦੇ ਨੇ। ਮਾਂ-ਬਾਪ ਇੰਨੇ ਦੁਖੀ ਨੇ। ਹਲੇ ਤਾਂ ਜੀ ਦੇਖੋ ਅੱਜ ਸ਼ੁਰੂਆਤ ਕੀਤੀ ਗਈ ਹੈ, ਸ਼ੁਰੂਆਤ 14, 15, 16 ਨੰਬਰ ਗਲੀ ਚੋਂ ਕੀਤੀ ਗਈ ਹੈ। ਕੈਮਰੇ ਵੀ ਲੱਗ ਚੁੱਕੇ ਨੇ ਤੇ ਆਹ ਦੇਖੋ ਅੱਜ ਬੈਨਰ ਵੀ ਲਗਵਾ ਰਹੇ ਆ। ਚੇਤਾਵਨੀ ਇਹੀ ਦੇ ਰਹੇ ਆ ਵੀ 14, 15, 16 ਨੰਬਰ ਗਲੀ 'ਚ ਜਿਹੜਾ ਵੀ ਕੋਈ ਫੜਿਆ ਗਿਆ ਚਿੱਟਾ ਵੇਚਦਾ ਜਾਂ ਪੀਂਦਾ, ਪਹਿਲਾਂ ਤਾਂ ਮੁਹੱਲਾ ਨਿਵਾਸੀ ਆਪ ਹੀ ਉਹਦੀ ਛਿੱਤਰ ਪਰੇਡ ਕਰਾਂਗੇ, ਉਸ ਤੋਂ ਬਾਅਦ ਕਾਨੂੰਨ ਦੇ ਹਵਾਲੇ ਕੀਤਾ ਜਾਏਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੇ ਗਿੱਲ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ। ਉਹਨਾਂ ਕਿਹਾ ਕਿ ਗਰਮੀ ਵਧਣ ਦੇ ਨਾਲ ਜਿੱਥੇ ਪਾਰਾ 40 ਡਿਗਰੀ ਤੋਂ ਉੱਪਰ ਜਾ ਸਕਦਾ ਹੈ, ਉੱਥੇ ਹੀਟ ਵੇਵਸ ਵੀ ਦੇਖਣ ਨੂੰ ਮਿਲ ਸਕਦੀਆਂ ਨੇ। ਉਹਨਾਂ ਕਿਹਾ ਕਿ ਵਧੇਰੇਤਰ ਦੁਪਹਿਰ ਦੇ ਸਮੇਂ ਵੀ ਲੋਕ ਗਰਮੀ ਦੇ ਪ੍ਰਕੋਪ ਤੋਂ ਬਚਣ ਦੇ ਲਈ ਨਾ ਹੀ ਨਿਕਲਣ ਤਾਂ ਚੰਗਾ ਹੈ। ਮੌਸਮ ਦੇ ਵਿੱਚ ਥੋੜੀ ਜਿਹੀ ਜਿਹੜੀ ਚੇਂਜ ਦੇਖਣ ਨੂੰ ਨਜ਼ਰ ਆ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਮਹੀਨੇ ਦੀ ਗੱਲ ਕਰਦੇ ਹਾਂ, ਮਾਰਚ ਦਾ ਮਹੀਨਾ ਵੀ ਬਹੁਤ ਜ਼ਿਆਦਾ ਡਰਾਈ ਰਿਹਾ, ਟੈਂਪਰੇਚਰਸ ਬਹੁਤ ਰਾਈਜ਼ ਕਰਦੇ ਰਹੇ। ਅਪ੍ਰੈਲ ਦੇ ਵਿੱਚ ਵੀ ਇਸ ਤਰ੍ਹਾਂ ਹੀ ਰਿਹਾ ਕਿ ਜਿਹੜੇ ਟੈਂਪਰੇਚਰਸ ਨੇ ਨਾਰਮਲ ਨਾਲੋਂ ਮਤਲਬ 8 ਡਿਗਰੀ ਤੱਕ ਵੀ ਜ਼ਿਆਦਾ ਟੈਂਪਰੇਚਰ ਰਿਕਾਰਡ ਕੀਤੇ ਗਏ ਹੈ। ਪਰ ਜੇ ਹੁਣ ਆਪਾਂ ਐਂਡ ਵਾਲੇ ਵੀਕ ਦੀ ਗੱਲ ਕਰਦੇ ਹਾਂ ਅਪ੍ਰੈਲ ਦੀ, ਤਾਂ ਉਹਦੇ 'ਚ ਥੋੜੀ ਜਿਹੀ ਰਿਲੀਫ ਜ਼ਰੂਰ ਨਜ਼ਰ ਆ ਰਹੀ ਹੈ। ਜਿਵੇਂ ਕਿ ਪਿੱਛੇ ਜੇ ਬੱਦਲਵਾਈ ਵੀ ਰਹੀ ਹੈ, ਟੈਂਪਰੇਚਰਸ ਵੀ ਉਹਦੇ ਨਾਲ ਥੋੜੀ ਹਵਾ ਵੀ ਚੱਲਦੀਆਂ ਰਹੀਆਂ ਜਿਹਦੇ ਨਾਲ ਟੈਂਪਰੇਚਰ ਫਾਲ ਕੀਤਾ ਹੈ। ਸੋ ਹੁਣ ਜੇ ਆਪਾਂ ਅੱਜ ਦੀ ਜਾਂ ਕੱਲ੍ਹ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਸਾਡੇ ਕੋਲ 37-38 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਜਾ ਰਿਹਾ ਦਿਨ ਦਾ, ਉਹ ਜਿਹੜਾ ਕਿ ਨਾਰਮਲੀ ਹੈ, ਇੰਨਾ ਕੁ ਟੈਂਪਰੇਚਰਸ ਇਹਨਾਂ ਦਿਨਾਂ ਦੇ ਵਿੱਚ ਰਹਿੰਦਾ ਹੈ, ਜਿਹਦੇ ਕਰਕੇ ਆਪਾਂ ਨੂੰ ਵੀ ਥੋੜ੍ਹਾ ਲੱਗ ਰਿਹਾ ਹੈ ਕਿ ਜਿਹੜੀ ਗਰਮੀ ਹੈ ਉਹ ਤੋਂ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਟੈਂਪਰੇਚਰਸ ਜਿਹੜੇ ਨੇ ਉਹ ਰਾਈਜ਼ ਹੋਣ ਦੀ ਸੰਭਾਵਨਾ ਹੈ, ਔਰ ਇਹ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਕਿ ਇਹ ਜਿਹੜਾ ਮਹੀਨਾ ਹੈ ਉਹਦੇ ਐਂਡ ਤੱਕ ਜਿਹੜਾ ਟੈਂਪਰੇਚਰਸ ਫਿਰ ਕੰਸਿਸਟੈਂਟਲੀ ਰਾਈਜ਼ ਕਰਨਗੇ, ਔਰ ਫਿਲਹਾਲ ਹਲੇ ਕੋਈ ਬਾਰਿਸ਼ ਦੀ ਸੰਭਾਵਨਾ ਜ਼ਿਆਦਾ ਨਜ਼ਰ ਨਹੀਂ ਆ ਰਹੀ। ਪੁਲਿਸ ਕਮਿਸ਼ਨਰ ਲੁਧਿਆਣਾ ਕੌਸ਼ਤਭ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਥਾਣਾ ਡੁਗਰੀ ਦੀ ਪੁਲਿਸ ਵੱਲੋਂ ਨਸ਼ਾ ਕਰਨ ਅਤੇ ਵੇਚਣ ਵਾਲੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਹਿਚਾਣ ਜਤਿੰਦਰ ਸਿੰਘ ਵਾਸੀ ਪਿੰਡ ਇਆਲੀ ਕਲਾਂ ਤੇ ਹਰਪ੍ਰੀਤ ਸਿੰਘ ਵਾਸੀ ਸ਼ਿਮਲਾਪੁਰੀ ਦੇ ਵਜੋਂ ਹੋਈ ਹੈ। ਇਹਨਾਂ ਨਸ਼ਾ ਤਸਕਰਾਂ ਨੂੰ ਪੁਲਿਸ ਨੇ 15 ਗ੍ਰਾਮ ਹੈਰੋਇਨ, ਇੱਕ ਸਕਾਰਪੀਓ ਗੱਡੀ ਅਤੇ ਇੱਕ ਸਕੂਟਰੀ ਸਮੇਤ ਕਾਬੂ ਕੀਤਾ। ਇਸ ਦੌਰਾਨ SI ਨੀਰਜ ਚੌਧਰੀ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਹਨਾਂ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ 15 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦੀ ਟੀਮ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਸਖਤੀ ਨਾਲ ਨਜਿੱਠਿਆ ਜਾਵੇਗਾ। ਪੀ ਸਾਹਿਬ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ NDPS ਐਕਟ ਦੇ ਅਗੇਂਸਟ, ਐਕਸਾਈਜ਼ ਦੇ ਅਗੇਂਸਟ, ਉਹਦੇ ਤਹਿਤ ਇੱਕ ਵੱਡੀ ਕਾਮਯਾਬੀ ਮਿਲੀ ਹੈਗੀ ਹੈ ਜੀ। ਪ੍ਰਭਚਰਨ ਬਰਾੜ ਸਰ, JCP ਰੂਰਲਸ ਦੀ ਗਾਈਡਲਾਈਨਸ, SP ਸਾਹਿਬ ਦੀ, ਸਾਡੀ ਤੇ ਪੁਲਿਸ ਪਾਰਟੀ ਪੈਟਰੋਲਿੰਗ ਤੇ ਸੀ ਤੇ ਨਾਕਾਬੰਦੀ ਕੀਤੀ ਹੋਈ ਸੀ। ਉਸ ਦੌਰਾਨ 2 ਦੋਸ਼ੀ ਆਪਾਂ ਫੜੇ ਨੇ, ਉਹਨਾਂ ਦੋਵਾਂ ਦੇ ਖਿਲਾਫ NDPS ਦੇ ਮੁਕੱਦਮੇ ਵੱਖ-ਵੱਖ ਧਾਰਾ ਦੇ ਅੰਡਰ ਦਰਜ ਕੀਤੇ ਗਏ ਨੇ ਤੇ ਦੋਵਾਂ ਨੂੰ ਅਰੈਸਟ ਕੀਤਾ ਜਾ ਚੁੱਕਿਆ ਹੈ ਜੀ। ਇਹਦੇ ਵਿੱਚ ਇੱਕ ਮੁਕੱਦਮਾ 48 ਨੰਬਰ ਦਰਜ ਕੀਤਾ ਜੀ ਅੰਡਰ ਸੈਕਸ਼ਨ 216185, ਜਿਹਦੇ ਵਿੱਚ ਦੋਸ਼ੀ ਗ੍ਰਿਫਤਾਰ ਹੋਇਆ ਜੀ ਹਰਪ੍ਰੀਤ ਸਿੰਘ ਉਰਫ ਨੋਨੀ ਪੁੱਤਰ ਸਤਵੰਤ ਸਿੰਘ, ਗਲੀ ਨੰਬਰ 7 ਜੀਤੋ ਮਾਰਕੀਟ ਸ਼ਿਮਲਾਪੁਰੀ ਲੁਧਿਆਣਾ ਦਾ ਰਹਿਣ ਵਾਲਾ ਹੈਗਾ ਜੀ। ਇਹਦੇ ਕੋਲੋਂ ਸਾਨੂੰ 5 ਗ੍ਰਾਮ ਹੈਰੋਇਨ ਤੇ ਇੱਕ ਸਕੂਟਰੀ ਹੈਗੀ ਬਰਾਮਦ ਹੋਈ ਹੈਗੀ ਜੀ, ਜੂਪੀਟਰ ਸਕੂਟਰੀ। ਐਸੇ ਤਰ੍ਹਾਂ ਜਿਹੜਾ 49 ਨੰਬਰ ਮੁਕੱਦਮਾ ਹੈਗਾ, ਇਹ F ਬਲਾਕ SBS ਨਗਰ BSN ਐਕਸਚੇਂਜ ਲਾਗੇ ਹੁੰਦੀ, ਜਦੋਂ ਪੁਲਿਸ ਪਾਰਟੀ ਗਸ਼ਤ ਤੇ ਸੀ ਉਸ ਟਾਈਮ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਇਹਦੇ ਕੋਲੋਂ ਸਾਨੂੰ 10 ਗ੍ਰਾਮ ਹੈਰੋਇਨ ਤੇ ਇਹਦੀ ਇੱਕ ਜਿਹੜੀ ਹੋਂਡਾ ਕਾਰ ਸਿਟੀ ਗੱਡੀ ਨੰਬਰ PB 10FQ 8702 ਸੀ, ਉਹ ਬਰਾਮਦ ਕੀਤੀ ਹੈ ਜੀ। ਤੇ ਉਧਰ ਥਾਣਾ ਟਿੱਬਾ ਅਧੀਨ ਆਉਂਦੀ ਗੌਤਮ ਨਗਰ ਕਲੋਨੀ ਦੇ ਵਿੱਚ ਰਹਿੰਦੇ ਇੱਕ ਪਰਿਵਾਰ ਵੱਲੋਂ ਮਾਰਕੁੱਟ ਮਾਮਲੇ ਦੇ ਵਿੱਚ ਕਾਰਵਾਈ ਨਾ ਕਰਨ ਤੇ ਪੁਲਿਸ ਤੇ ਇਲਜ਼ਾਮ ਲਗਾਏ ਗਏ ਨੇ। ਇਸੇ ਮਾਮਲੇ ਦੇ ਵਿੱਚ ਇਨਸਾਫ ਸੰਬੰਧੀ ਪੀੜਿਤ ਪਰਿਵਾਰ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਿਆ, ਜਿੱਥੇ ਉਹਨਾਂ ਇਨਸਾਫ ਦੀ ਗੁਹਾਰ ਲਗਾਈ ਹੈ। ਇਸ ਮੌਕੇ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਨਾਲ ਗੁਆਂਢੀ ਪਰਿਵਾਰ ਨੇ ਕੁੱਟਮਾਰ ਕੀਤੀ ਸੀ ਅਤੇ ਉਹਨਾਂ ਨੂੰ ਧਮਕੀ ਵੀ ਦਿੱਤੀ ਸੀ ਕਿ ਉਹ ਉਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੇ ਅਤੇ ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ, ਪਰ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਲਟਾ ਉਹਨਾਂ ਨੂੰ ਸਮਝੌਤਾ ਕਰਨ ਦੀ ਗੱਲ ਆਖੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਹੈ ਕਿ ਜਲਦ ਮੁਲਜ਼ਮਾਂ ਨੂੰ ਕਾਬੂ ਕਰਕੇ ਕਾਰਵਾਈ ਕੀਤੀ ਜਾਵੇ। ਮਾਮਲਾ ਇਹ ਹੈ ਕਿ 21 ਤਰੀਕ ਦੀ ਰਾਤ ਦੀ ਨੂੰ ਅਸੀਂ ਆਪਣੇ ਉੱਪਰ ਕੋਠੇ ਸੋ ਰਹੇ ਸੀ, ਮਹੱਲੇ ਝਗੜਾ ਹੋਇਆ। ਅਸੀਂ ਝਗੜਾ ਦੇਖ ਕੇ ਨੀਚੇ ਉਤਰਿਆ, ਮੈਂ ਦੇਖਿਆ ਪਤਾ ਨਹੀਂ ਕੀ ਪ੍ਰੋਬਲਮ ਹੈ। ਮੇਰੀ ਵੀ ਗੱਡੀ ਬਾਹਰ ਖੜੀ ਸੀ, ਮੈਂ ਕਿਹਾ ਸ਼ਾਇਦ ਮੇਰੀ ਗੱਡੀ ਨਾਲ ਕੋਈ ਛੇੜਖਾਨੀ ਕਰ ਰਿਹਾ। ਉਹ ਜਦੋਂ ਦੇਖਿਆ ਤਾਂ ਮੈਂ ਉਹਨਾਂ ਨੂੰ ਦੇਖ ਕੇ ਮੈਂ
ਹਜੇ ਕੋਲ ਚੱਲੇ ਸੀ, ਮੇਰੀ ਵਾਈਫ ਕਹਿੰਦੀ ਵੀ ਤੁਸੀਂ ਚਲੋ ਆਪਾਂ ਇਹਨਾਂ ਪੰਗੇ 'ਚ ਪੈਣੇ। ਜਿੱਦੇ ਚੱਲੇ ਉਹਨਾਂ ਨੇ ਮੇਰੀ ਵਾਈਫ ਦੇ ਉੱਤੇ ਟੋਕਾ ਮਾਰਿਆ, ਮੇਰੇ ਡਾਂਗਾ ਮਾਰੀਆਂ ਤੇ ਔਰ ਮੇਰੀ ਵਾਈਫ ਦੇ ਫੇਸ ਦੇ ਉੱਤੇ ਮੇਰੀ ਵਾਈਫ ਦੇ ਮੂੰਹ ਤੇ ਇੱਟ ਵੱਜੀ ਹੈ। ਜਦੋਂ ਨੀਚੇ ਲੋਕ ਸੀ ਕਿੰਨਾਂ ਨੇ ਹਮਲਾ ਕੀਤਾ, ਕੌਣ ਸੀ? ਹਾਂਜੀ ਸਰ ਮੇਰੇ ਪੜੋਸੀ ਹੈ ਜੀ। ਸਰ ਲੜਾਈ ਕਿਸੇ ਦੀ ਸੀ, ਆਪਾਂ ਕੁਝ ਨਹੀਂ ਸੀਗਾ। ਮੈਂ ਆਪਣੀ ਐਕਚੁਅਲੀ ਗੱਡੀ ਦੇਖਣ ਗਿਆ, ਉਹਨਾਂ ਨੇ ਸਾਡੇ ਨਾਲ ਪਤਾ ਨਹੀਂ ਕੋਈ ਖੁੰਦਾ ਪਤਾ ਨਹੀਂ ਕਿਹੜੀ ਰੱਖੀ ਆ। ਆਪਾਂ ਸਵੇਰੇ ਸ਼ਾਮ ਆਪਣੇ ਕੰਮ ਤੇ ਜਾਈਦਾ, ਸਵੇਰੇ 10 ਵਜੇ ਨਿਕਲੀ ਦਾ, ਰਾਤ ਨੂੰ 9 ਵਜੇ ਆਈਦਾ। ਉਹਨਾਂ ਮੈਨੂੰ ਨਹੀਂ ਖੁਦ ਸਮਝ ਲੱਗਦਾ ਕਿ ਮੇਰੇ ਉੱਪਰ ਵੀ ਕੀਤਾ, ਮੇਰੀ ਵਾਈਫ ਦੇ ਉੱਤੇ ਕੀਤਾ। ਉਹਨਾਂ ਗਿਰਨ ਤੋਂ ਬਾਅਦ ਉਹਨਾਂ ਦੇ ਕੱਪੜੇ ਵੀ ਪਾੜੇ ਗਏ। ਸੀਪੀ ਦਫ਼ਤਰ ਆਇਓ, ਕੀ ਮੰਗ ਕੀ ਕਰ ਰਹੇ ਹੋ? ਸਰ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ? ਸਾਨੂੰ ਸਰ ਉਹਨਾਂ ਧਾਰਾ ਦੇ ਵਿੱਚ ਵਾਧਾ ਕੀਤਾ ਜਾਵੇ ਔਰ ਜੋ ਕਾਨੂੰਨੀ ਤੌਰ ਤੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਉਹ ਜ਼ਰੂਰ ਮਿਲਣੀ ਚਾਹੀਦੀ ਹੈ। ਤੇ ਅਗਲੀ ਖਬਰ ਰਾਣਾ ਸਾਹਿਬ ਦੇ ਪਿੰਡ ਸਿਆੜ ਤੋਂ ਹੈ, ਜਿੱਥੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਸੇਵਾਵਾਂ ਸੰਬੰਧੀ ਲੋਕਾਂ ਨੂੰ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਬੁਢਾਪਾ ਪੈਨਸ਼ਨ, ਅੰਗਹੀਣ ਪੈਨਸ਼ਨ, ਨੀਲੇ ਕਾਰਡ ਅਤੇ ਹੋਰ ਕਈ ਮੁੱਦਿਆਂ ਸੰਬੰਧੀ ਹੱਲ ਕੀਤੇ ਗਏ। ਅੱਜ ਲੋਕਾਂ ਨੂੰ ਸੁਵਿਧਾਵਾਂ ਦੇਣ ਦੇ ਲਈ ਉਹਨਾਂ ਦੇ ਡੋਰ ਸਟੈਪ ਦੇ ਉੱਤੇ ਸਾਡੀ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਹੀ ਇਹ ਰਿਹਾ ਕਿ ਅਸੀਂ ਜਿਹੜੀਆਂ ਵੀ ਸੁਵਿਧਾਵਾਂ ਨੇ ਤੁਹਾਡੇ ਘਰ ਆ ਕੇ ਦੇਵਾਂਗੇ। ਸਰਕਾਰ ਵੱਲੋਂ ਜਲਦੀ ਸਕੀਮ ਵੀ ਚਾਲੂ ਕੀਤੀ ਜਾ ਰਹੀ ਹੈ, ਪਰ ਅਸੀਂ ਆਪਣੇ ਵੱਲੋਂ ਹਲਕਾ ਪੈਲ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੁਵਿਧਾਵਾਂ ਲੋਕ ਜਿਹੜੇ ਦਫ਼ਤਰਾਂ ਦੇ ਵਿੱਚ ਚੱਕਰ ਕੱਟ ਕੇ ਪਰੇਸ਼ਾਨ ਨੇ, ਉਹਨਾਂ ਨੂੰ ਦਫ਼ਤਰਾਂ ਦੇ ਚੱਕਰਾਂ ਤੋਂ ਨਿਜਾਤ ਦਿਵਾਉਣ ਦੇ ਲਈ ਅਸੀਂ ਸਿਆੜ ਵਿਖੇ ਇੱਕ ਜਿਹੜਾ ਹੈਗਾ ਵੱਡਾ ਕੈਂਪ ਲਾਇਆ ਗਿਆ, ਜਿਹੜਾ ਕਿ ਸ਼ਾਮ ਦੇ 2 ਵਜੇ ਤੱਕ ਚੱਲੂਗਾ। ਔਰ ਇਸ ਕੈਂਪ ਦੇ ਵਿੱਚ ਜਿਹੜੇ ਸਾਡੇ ਇਲਾਕੇ ਦੇ ਲੋਕ ਨੇ ਉਹ ਆ ਕੇ ਕਿਸੇ ਵੀ ਤਰ੍ਹਾਂ ਦੀ ਸੁਵਿਧਾ ਲੈ ਸਕਦੇ ਆ। ਇਸ ਕੈਂਪ ਦੀ ਬੜੀ ਸਾਨੂੰ ਅੱਜ ਦੇਖ ਰਹੇ ਹਾਂ ਕਿ ਕਾਫੀ ਇਹਦੀ ਕਾਮਯਾਬੀ ਸਾਨੂੰ ਕੈਂਪ ਦੇ ਵਿੱਚ ਮਿਲੀ ਆ। ਤੇ ਇੱਦਾਂ ਦੇ ਕੈਂਪ ਵੱਖ-ਵੱਖ ਹੋਰ ਪਿੰਡਾਂ ਦੇ ਵਿੱਚ ਵੀ, ਜਿੱਦਾਂ ਸਾਡੇ ਇੱਥੇ ਜਿਹੜੇ ਹੈਗੇ ਆ 4 ਬਲਾਕ ਨੇ, ਦੁਰਾਹਾ, ਪੈਲ, ਮਲੌਦ ਤੇ ਰਾੜਾ ਸਾਹਿਬ। ਇਹਨਾਂ 4 ਬਲਾਕਾਂ ਦੇ ਵਿੱਚ ਅਲੱਗ-ਅਲੱਗ ਤੌਰ ਤੇ ਬੜੀ ਜਲਦੀ ਹੀ ਕੈਂਪ ਹੋਰ ਲਾਏ ਜਾਣਗੇ। ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਐਮਐਲਏ ਸਾਹਿਬ ਦਾ, ਵੀ ਜਿਨ੍ਹਾਂ ਨੇ ਸਾਡੇ ਪਿੰਡ ਇੱਕ ਬਹੁਤ ਵੱਡਾ ਕੈਂਪ ਲਾਇਆ ਜੀ। ਸਾਡੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੂੰ ਸਾਰਿਆਂ ਨੂੰ ਇੱਥੇ ਸਹੂਲਤ ਮਿਲੀ ਆ। ਬਸ ਅਸੀਂ ਆਪਦੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਾਂ ਵੀ ਜਿਹੜਾ ਇਹ ਹਲਕੇ ਦੇ ਵਿੱਚ ਸਾਡੇ ਪਿੰਡ ਤੋਂ ਇਹ ਸ਼ੁਰੂਆਤ ਹੋਈ ਆ। ਅਸੀਂ ਸਰਕਟ ਹਾਊਸ ਲੁਧਿਆਣਾ ਵਿਖੇ ਲੁਧਿਆਣਾ ਦੇ ਵਾਰਡ ਨੰਬਰ 68 ਜਵਾਹਰ ਨਗਰ ਦੀ ਬਟਵਾਲ ਬਰਾਦਰੀ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਇਸ ਇਲਾਕੇ ਦੇ ਸਮੁੱਚੇ ਬਟਵਾਲ ਬਰਾਦਰੀ ਦੇ ਲੋਕ ਇਕੱਠੇ ਹੋਏ। ਇਸ ਮੀਟਿੰਗ ਦਾ ਮੁੱਖ ਮਕਸਦ ਭਵਿੱਖ ਦੇ ਵਿੱਚ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਆਪਣੇ ਹੀ ਬਰਾਦਰੀ ਦੇ ਬੰਦੇ ਨੂੰ ਕੌਂਸਲਰ ਉਮੀਦਵਾਰ ਦੇ ਵਜੋਂ ਖੜਾ ਕਰਨਾ ਸੀ। ਇਸ ਮੀਟਿੰਗ ਦੇ ਵਿੱਚ ਬਟਵਾਲ ਬਰਾਦਰੀ ਨੇ ਇਹ ਫੈਸਲਾ ਲਿਆ ਕਿ ਇਸ ਵਾਰ ਉਹ ਆਪਣਾ ਹੀ ਉਮੀਦਵਾਰ ਖੜਾ ਕਰਨਗੇ, ਭਾਵੇਂ ਉਹ ਉਮੀਦਵਾਰ ਆਜ਼ਾਦ ਹੀ ਕਿਉਂ ਨਾ ਹੋਵੇ। ਅੱਜ ਦੀ ਮੀਟਿੰਗ ਜਿਹੜੀ ਸਾਡੀ ਜਵਾਹਰ ਨਗਰ ਦੀ ਪੂਰੀ ਬਟਵਾਲ ਬਰਾਦਰੀ ਨੂੰ ਇਕੱਠਿਆ ਕਰਨ ਵਾਸਤੇ ਕੀਤੀ ਸੀ, ਜਿਸ ਵਿੱਚ ਸਾਡਾ ਅੱਜ ਮੇਨ ਮੁੱਦਾ ਸੀ ਕਿ ਅਸੀਂ ਆਪਣਾ ਕੌਂਸਲਰ ਖੜਾ ਕਰੀਏ। ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਸਾਡੀ ਜਿਹੜੀ ਜਿੰਨੀ ਵੀ ਬਰਾਦਰੀ ਹੈ, ਜਿੰਨੇ ਵੀ ਉਹਨਾਂ ਦੇ ਕੋਈ ਬਾਹਰ ਗਿਆ ਨਹੀਂ ਆ ਸਕਿਆ, ਤਕਰੀਬਨ ਸਾਰੇ ਹੀ ਅਸੀਂ ਇੱਥੇ ਇਕੱਠੇ ਹੋਏ ਹਾਂ। ਔਰ ਅੱਜ ਸਾਰਿਆਂ ਨੇ ਏਕਾ ਕੀਤਾ ਕਿ ਅਸੀਂ ਅੱਜ ਤੋਂ ਬਾਅਦ ਕਿਸੇ ਦੇ ਪਿੱਛੇ ਨਹੀਂ ਲੱਗਣਾ ਤੇ ਅਸੀਂ ਆਪਣਾ ਹੀ ਕੌਂਸਲਰ ਖੜਾ ਕਰਾਂਗੇ ਤੇ ਅਸੀਂ ਇਕੱਠੇ ਹੋਵਾਂਗੇ। ਕਿਸੇ ਦੇ ਵਿੱਚ ਸਾਡੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੋਏਗਾ। ਜੋ ਹੋਵੇਗਾ ਅਸੀਂ ਇਕੱਠੇ ਹੋ ਕੇ ਲੜਾਂਗੇ, ਇਕੱਠੇ ਰਵਾਂਗੇ। ਕਿਸੇ ਪਾਰਟੀ ਨੂੰ ਸਪੋਰਟ ਕਰਕੇ ਆਪਣਾ ਪਾਸਟਰ ਖੜਾ ਕਰੋਗੇ ਜਾਂ ਇੰਡੀਵਿਜੂਅਲ ਆਪਣਾ? ਅਗਰ ਸਾਨੂੰ ਕੋਈ ਪਾਰਟੀ ਟਿਕਟ ਦਿੰਦੀ ਹੈ, ਅਸੀਂ ਪਾਰਟੀਆਂ ਨੂੰ ਵੀ ਪੁੱਛਾਂਗੇ। ਅਗਰ ਸਾਨੂੰ ਕੋਈ ਪਾਰਟੀ ਟਿਕਟ ਦੇਵੇਗੀ ਤੇ ਅਸੀਂ ਉਹ ਪਾਰਟੀ ਨਾਲ ਚੱਲਾਂਗੇ ਤੇ ਉਹਦੀ ਪਾਰਟੀ ਦੇ ਰਾਹੀਂ ਕੌਂਸਲਰ ਖੜਾ ਕਰਾਂਗੇ। ਅਗਰ ਨਹੀਂ ਸਾਨੂੰ ਟਿਕਟ ਦਿੰਦੀ ਪਾਰਟੀ ਤੇ ਅਸੀਂ ਆਜ਼ਾਦ ਆਪਣਾ ਕੌਂਸਲਰ ਖੜਾ ਕਰਕੇ ਉਹਨੂੰ ਆਜ਼ਾਦ ਜਿਤਾਵਾਂਗੇ। ਅੱਜ ਦੀ ਮੀਟਿੰਗ ਜਿਹੜੀ ਸਾਡੇ ਨੌਜਵਾਨ ਮੁੰਡਿਆਂ ਨੇ ਰੱਖੀ ਹੈ ਨਾ, ਤੇ ਕੌਂਸਲਰ ਦੇ ਵਾਸਤੇ ਰੱਖੀ ਗਈ ਵੀ ਅੱਗੇ ਕੌਂਸਲਰ ਆਉਣ ਵਾਲੇ ਇਲੈਕਸ਼ਨਾਂ 'ਚ ਅਸੀਂ ਖੜਾ ਕਰਨਾ। ਇਹੀ ਮੁੱਦਾ ਸਾਡਾ ਕਾਮਯਾਬ ਹੋ ਜਾਣਾ। ਟਿਕਟ ਕਿਸੇ ਪਾਰਟੀ ਨੇ ਦਿੱਤੀ ਤਾਂ ਬਹੁਤ ਬੜੀ ਚੰਗੀ ਗੱਲ ਹੈ, ਨਾ ਦਿੱਤੀ ਅਸੀਂ ਯਾਦ ਲੜਾਉਣਾ ਹੀ ਲੜਾਉਣਾ ਬੰਦਾ। ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਹਰ ਵਿਅਕਤੀ ਤਣਾਅ ਦਾ ਸ਼ਿਕਾਰ ਹੈ ਅਤੇ ਇਸ ਤਣਾਅ ਤੋਂ ਨਿਜਾਤ ਪਾਉਣ ਦੇ ਲਈ ਲਗਾਤਾਰ ਕਿਸੇ ਨਾ ਕਿਸੇ ਢੰਗ ਦੇ ਉਪਰਾਲੇ ਕੀਤੇ ਜਾ ਰਹੇ ਨੇ। ਇਸ ਲੜੀ ਤਹਿਤ ਫਿੱਕੀ ਫਲੋ ਦੇ ਵੱਲੋਂ ਬ੍ਰਹਮ ਕੁਮਾਰੀ ਸਿਸਟਰ ਸ਼ਿਵਾਨੀ ਦੇ ਸੈਸ਼ਨ ਦਾ ਆਯੋਜਨ ਕਰਵਾਇਆ ਗਿਆ, ਜਿੱਥੇ ਕਿ ਸਿਸਟਰ ਸ਼ਿਵਾਨੀ ਨੇ ਸਟ੍ਰੈਸ ਫ੍ਰੀ ਰਹਿਣ ਦੇ ਟਿਪਸ ਦਿੱਤੇ। ਇਸ ਦੌਰਾਨ ਉਹਨਾਂ ਲੋਕਾਂ ਦੀ ਜ਼ਿੰਦਗੀ 'ਚੋਂ ਤਣਾਅ ਘੱਟ ਕਰਨ ਦੇ ਲਈ ਵਿਚਾਰ ਵੀ ਸਾਂਝੇ ਕੀਤੇ। आजकल के समय में जब डर, एंग्जाइटी, चिंता बढ़ती जाती है और हम अपने परिवारों में, अपने बच्चों में भी ये देखते हैं, तो हम सबकी शुभ इच्छा होती है कि अपने आप को कैसे सशक्त बनाएं, बच्चों को कैसे सशक्त बनाएं। लेकिन उनको बनाने से पहले हमें अपने आप को सशक्त बनाना चाहिए और उसके लिए हर रोज़ थोड़ा सा समय निकालें, मेडिटेशन करें, ज्ञान की खुराक से अपने दिन की शुरुआत करें,
घर की वाइब्रेशन में मेडिटेशन की एनर्जी रेडिएट करें, खुद बदलते जाएंगे, परिवार बदलता जाएगा, समाज बदलता जाएगा। शुक्रिया। आज यहाँ पे सिस्टर शिवानी आई हुई हैं, ब्रह्म कुमारी सिस्टर शिवानी। उन्होंने आके यहाँ पे इमोशनल इंटेलिजेंस, इमोशनल स्टैमिना कैसे बिल्डअप करें, कैसे अपने आप को एम्पावर करें। अगर हम खुद एम्पावर्ड होंगे तभी हम अपनी फैमिली, अपने रिलेशनशिप्स को एम्पावर कर सकते हैं। हम फ़िकी फ्लो लुधियाना में कोशिश करते हैं कि ऐसे सेमिनार्स, ऐसी वर्कशॉप्स, ऐसे स्पीकर्स को बुलाते हैं जिसमें हम मेंबर्स को चाहते हैं कि वो एम्पावर हों। और सिस्टर शिवानी आज खुद यहाँ आई, उन्होंने आके सबसे बात की, सबको प्रसाद दिया, पर्सनली एक एक को प्रसाद दिया और एक एक को ब्लेस किया कि सब अपने आप में एम्पावर्ड फील करें, सो दैट आगे से आगे हम ਮੈਂਬਰਸ ਇਕੱਠੇ ਇੰਪਾਵਰ ਫੀਲ ਕਰੇ ਐਂਡ ਆਪਣੇ ਵਰਲਡ ਕੋ ਇੰਪਾਵਰ ਕਰ ਸਕਣ। ਤੇ ਰੁਕ ਕਰਦੇ ਹਾਂ ਖੰਨਾ ਦੇ ਵੱਲ। ਮੌਜੂਦਾ ਸਮੇਂ ਦੇ ਵਿੱਚ ਪੜ੍ਹਾਈ ਬੇਹੱਦ ਮਹਿੰਗਾ ਸੌਦਾ ਹੁੰਦੀ ਜਾ ਰਹੀ ਹੈ ਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਬਹੁਤ ਪੈਸੇ ਖਰਚਣੇ ਪੈਂਦੇ ਨੇ, ਜਾਂ ਕਹਿ ਲਈਏ ਕਿ ਆਪਣੀ ਜੇਬ ਢਿੱਲੀ ਕਰਨੀ ਪੈਂਦੀ ਹੈ। ਪਰ ਖੰਨਾ ਦੇ ਵਿੱਚ ਕੁਝ ਵੱਖਰਾ ਦੇਖਣ ਨੂੰ ਮਿਲਿਆ। ਇੱਥੇ ਕਮਰਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਈ ਇੱਕ ਸੇਵਾ ਮੁਕਤ ਅਧਿਆਪਕ ਅੱਗੇ ਆਏ ਨੇ ਅਤੇ ਬਿਲਕੁਲ ਮੁਫਤ ਬੱਚਿਆਂ ਨੂੰ ਸਿੱਖਿਆ ਜਿਹੜੀ ਹੈ ਮੁਹੱਈਆ ਕਰਵਾਈ ਜਾ ਰਹੀ ਹੈ। ਵੈਸੇ ਬੱਚਿਆਂ ਦੀ ਟਿਊਸ਼ਨ ਫੀਸ ਹੀ ਕਮਰਸ ਦੀ ਕਾਫੀ ਜ਼ਿਆਦਾ ਹੁੰਦੀ ਹੈ। ਮੈਂ ਇਹ ਪਲੱਸ 2 ਦੇ ਕਮਰਸ ਦੇ ਬੱਚੇ ਨੇ ਤੇ ਮੈਂ ਇਹਨਾਂ ਨੂੰ ਅਕਾਊਂਟੈਂਸੀ ਵਿਸ਼ੇ ਜਿਹੜੀ ਹੈ ਟਿਊਸ਼ਨ ਉਹ ਪੜ੍ਹਾ ਰਿਹਾ ਹੈਗਾ। ਹਾਂ, ਇਹ ਗੱਲ ਬਿਲਕੁਲ ਠੀਕ ਹੈ ਕਿ ਇਹਨਾਂ ਬੱਚਿਆਂ ਦਾ ਪਿਛਲਾ ਸਾਲ ਜਿਹੜਾ ਪਲੱਸ 1 ਦਾ ਕਰੋਨਾ ਵਾਇਰਸ ਕਰਕੇ ਆਨਲਾਈਨ ਪੜ੍ਹਾਈ ਹੋਣ ਕਰਕੇ ਕੋਈ ਜ਼ਿਆਦਾ ਇਹਨਾਂ ਸਮਝ ਨਹੀਂ ਸੀ ਪਿਆ। ਹੁਣ ਪਲੱਸ 2  'ਚ ਬੱਚੇ ਹੋ ਗਏ ਨੇ ਤਾਂ ਇਹਨਾਂ ਦਾ ਜਿਹੜਾ ਫਸਟ ਸਮੈਸਟਰ ਸੀ ਉਹ ਵੀ ਆਨਲਾਈਨ ਹੋ ਗਿਆ। ਤਾਂ ਹੁਣ ਬੱਚਿਆਂ ਦੇ ਵਿੱਚ ਬਹੁਤ ਟੈਨਸ਼ਨ ਸੀਗੀ ਕਿਉਂਕਿ ਸੈਕੰਡ ਸਮੈਸਟਰ ਦੇ ਪੇਪਰ, ਹੁਣ ਇਹਨਾਂ ਦਾ ਪਹਿਲਾ ਪੇਪਰ 26 ਤਰੀਕ ਤੋਂ ਹੋਣ ਜਾ ਰਿਹਾ ਹੈਗਾ। ਇਹਨਾਂ ਬੱਚਿਆਂ 'ਚ ਬਹੁਤ ਟੈਨਸ਼ਨ ਸੀਗੀ ਵੀ ਸਾਨੂੰ ਆਫਲਾਈਨ ਪੇਪਰ ਕਿਸ ਤਰੀਕੇ ਨਾਲ ਹੋਣਗੇ। ਤਾਂ ਮੈਂ ਇਹਨਾਂ ਬੱਚਿਆਂ ਨੂੰ, ਮੇਰੇ ਨਾਲ ਕਾਫੀ ਦੇਰ ਤੋਂ ਇਨ ਟੱਚ ਸੀਗੇ, ਮੈਂ ਕਿਹਾ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਬਿਲਕੁਲ ਫ੍ਰੀ ਟਿਊਸ਼ਨ ਦੇਵਾਂਗਾ। ਹੁਣ ਕਰੀਬ 2 ਮਹੀਨਿਆਂ ਤੋਂ ਮੈਂ ਇਹਨਾਂ ਨੂੰ ਫ੍ਰੀ ਟਿਊਸ਼ਨ ਪੜ੍ਹਾ ਰਿਹਾ ਔਰ ਬੱਚੇ ਲਗਾਤਾਰ ਮੇਰੇ ਕੋਲ ਆ ਰਹੇ ਨੇ, ਬਹੁਤ ਹੀ ਮਨ ਲਾ ਕੇ ਬੱਚੇ ਪੜ੍ਹ ਰਹੇ ਨੇ। ਕਿੰਨੇ ਟੋਟਲ ਬੱਚੇ ਹੈਗੇ ਆ? ਇਸ ਟਾਈਮ ਕਰੀਬ ਸਾਡੇ ਕੋਲ 15 ਦੇ ਕਰੀਬ ਬੱਚੇ ਹੈਗੇ ਨੇ ਜਿਹੜੇ ਆਉਂਦੇ ਨੇ ਤੇ ਇਸ ਲਗਾਤਾਰ ਮੇਰੇ ਕੋਲ ਅਕਾਊਂਟੈਂਸੀ ਵਿਸ਼ੇ ਦੀ ਸਬਜੈਕਟ ਦੀ ਟਿਊਸ਼ਨ ਪੜ੍ਹ ਰਹੇ ਨੇ। ਸਰ ਉਹ ਜਿਹੜੇ ਸਰ ਸਾਨੂੰ ਪੜ੍ਹਾਉਂਦੇ ਨੇ ਜੀ ਬਹੁਤ ਵਧੀਆ ਪੜ੍ਹਾਉਂਦੇ ਨੇ, ਨਾਲੇ ਪਿਆਰ ਨਾਲ ਹਰੇਕ ਸਮਝਾਉਂਦੇ ਨੇ ਸਾਨੂੰ ਔਰ ਇਹ ਵਧੀਆ ਮਹਿਸੂਸ ਹੁੰਦਾ ਜੀ। ਇਹ ਉਰੇ ਡੇਲੀ ਦੀ 1 ਘੰਟੇ ਦੀ ਕਲਾਸ ਲੱਗਦੀ ਜੀ। ਕਿਹੜਾ ਸਬਜੈਕਟ ਪੜ੍ਹਦੇ ਹੋ ਤੁਸੀਂ ਇੱਥੇ? ਅਕਾਊਂਟ ਸਰ। ਅੱਛੀ ਤਰ੍ਹਾਂ ਸਮਝਾਉਣਾ? ਹਾਂਜੀ ਹਾਂਜੀ। ਤੇ ਹੋਰ ਬੱਚਿਆਂ ਨੂੰ ਕਦੇ ਪ੍ਰੇਰਿਤ ਕਰੋਗੇ ਇਸ ਬਾਰੇ? ਹਾਂਜੀ ਹਾਂਜੀ ਕਰਾਂਗੇ। ਅਸੀਂ ਹੋਰ ਵੀ 2-3 ਲੈ ਕੇ ਨਾਲ ਆਏ ਸੀ, ਹੋਰ ਵੀ ਹੋਣਗੇ, ਉਹਨਾਂ ਨੂੰ ਵੀ ਨਾਲ ਲੈ ਕੇ ਆਵਾਂਗੇ ਜੀ। ਤੇ ਫਿਲਹਾਲ ਲੁਧਿਆਣਾ ਖਬਰਨਾਮਾ ਦੇ ਵਿੱਚ ਇੰਨਾ ਹੀ। ਜਾਣ ਤੋਂ ਪਹਿਲਾਂ ਇੱਕ ਵਾਰ ਮੁੜ ਤੋਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਦੇ ਉੱਤੇ। ਖੰਨਾ ਦੇ ਪਿੰਡ ਰਸੂਲੜਾ 'ਚ ਮੁੜ ਤੋਂ ਲੱਗੀ ਕੂੜੇ ਦੇ ਡੰਪ ਨੂੰ ਅੱਗ। ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਜ਼ਬਰਦਸਤ ਪ੍ਰਦਰਸ਼ਨ। ਪਹਿਲਾਂ ਵੀ ਡੰਪ ਨੂੰ ਲੱਗੀ ਸੀ ਅੱਗ। ਕਿਸਾਨਾਂ ਨੇ ਮੁਸ਼ਕਲ ਨਾਲ ਬਚਾਈ ਸੀ ਸੈਂਕੜੇ ਏਕੜ ਕਣਕ ਦੀ ਫਸਲ। ਨਸ਼ੇ ਤੋਂ ਪਰੇਸ਼ਾਨ ਲੋਕਾਂ ਦੀ ਵਿਧਾਇਕ ਨੂੰ ਅਪੀਲ। ਕਿਹਾ ਨਸ਼ੇ ਤੇ ਪਾਓ ਨੱਥ, ਪੁਲਿਸ ਨਹੀਂ ਸੁਣਦੀ ਗੱਲ। ਮੁਹੱਲੇ ਦੇ ਵਿੱਚ ਪੋਸਟਰ ਲਗਾ ਕੇ ਨਸ਼ਾ ਤਸਕਰਾਂ ਨੂੰ ਦਿੱਤੀ ਸਿੱਧੀ ਚੇਤਾਵਨੀ। ਮੌਸਮ ਵਿਗਿਆਨੀ ਡਾਕਟਰ ਕੇ ਗਿੱਲ ਦਾ ਦਾਅਵਾ। ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ 'ਚ ਹੋਵੇਗੀ ਤਬਦੀਲੀ, 40 ਡਿਗਰੀ ਤੋਂ ਉੱਪਰ ਵੱਧ ਸਕਦਾ ਪਾਰਾ। ਸ਼ਹਿਰ ਵਾਸੀਆਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਸਿਸਟਰ ਸ਼ਿਵਾਨੀ ਦਾ ਸੈਸ਼ਨ। ਮਨੁੱਖ ਦੀ ਜ਼ਿੰਦਗੀ 'ਚੋਂ ਤਣਾਅ ਨੂੰ ਘਟਾਉਣ ਦੇ ਦੱਸੇ ਗਏ ਨੁਕਤੇ। ਤੇ ਫਿਲਹਾਲ ਲੁਧਿਆਣਾ ਖਬਰਨਾਮਾ ਦੇ ਵਿੱਚ ਇਹਨਾਂ ਹੀ। ਲਗਾਤਾਰ ਬਣੇ ਰਹੋ ਲੁਧਿਆਣਾ ਖਬਰਨਾਮਾ ਦੇ ਨਾਲ। ਧੰਨਵਾਦ।